यूक्रेन और रूस के बीच जारी जंग के बीच भारत के 20,000 परिवारों की चिंता बढ़ी है, जिनके बच्चे वहां पढ़ाई कर रहे हैं। और लगातार कई लोगों ने इस बात की आवाज उठाई है कि सरकार उन बच्चों को के वतन वापसी का जो समुचित इंतजाम है वो करे, सेफली उनको घर वापस वतन वापस लाया जाए। गुरजीत सिंह औजला जी, कांग्रेस पार्टी के वरिष्ठ नेता और पंजाब से सांसद, उन्होंने भी प्रधानमंत्री को पत्र लिखा और ये कहा है कि जो बच्चे फंसे हुए हैं उनको किस तरह से वापस लाना है, उसके बारे में सरकार जरूरी कदम उठाए। ओजला साहब से बात करते हैं। ओजला साहब, क्या लिखा है आपने पत्र में प्रधानमंत्री को? पत्र 'ਚ ਇਹੀ ਲਿਖਿਆ ਕਿ ਸਰਕਾਰ ਕੋਈ ਇੰਤਜ਼ਾਮ ਕਰੇ, ਕਿਉਂਕਿ ਸਾਨੂੰ ਪਤਾ ਹੈ ਇਸ ਵੇਲੇ ਜੰਗ ਉੱਥੇ ਲੱਗੀ ਹੈ ਯੂਕਰੇਨ ਦੇ ਵਿੱਚ, ਔਰ ਜਿਹੜਾ ਰਸ਼ੀਆ ਉਹਨਾਂ ਨੇ ਉਹਨੂੰ ਨੋ ਫਲਾਈ ਜ਼ੋਨ ਬਣਾ ਦਿੱਤਾ ਉਸ ਏਰੀਏ ਨੂੰ, ਕਿ ਕੋਈ ਵੀ ਇੱਥੇ ਫਲਾਈਟ ਨਾ ਪੈਸੇਂਜਰ ਜਾਏਗੀ, ਨਾ ਕੋਈ ਉਸ ਰਸਤੇ ਦੇ ਉੱਪਰੋਂ ਦੀ ਉੱਡ ਕੇ ਜਾ ਸਕਦਾ ਹੈ, ਔਰ ਨਾ ਕੋਈ ਉੱਥੇ ਕੋਈ ਵੀ ਕਮਰਸ਼ੀਅਲ ਫਲਾਈਟ ਵੀ ਨਹੀਂ ਜਾ ਸਕਦੀ। ਸੋ ਨੋ ਫਲਾਈ ਜ਼ੋਨ ਹੋਣ ਕਰਕੇ ਏਅਰ ਇੰਡੀਆ ਦੀ ਜਿਹੜੀ ਫਲਾਈਟ ਗਈ ਵੀ ਸੀ ਲੈਣ ਲਈ ਪੈਸੇਂਜਰ ਨੂੰ, ਉਹ ਵੀ ਵਾਪਸ ਆ ਗਈ। ਪਰ ਅਸੀਂ ਹੁਣ ਸਰਕਾਰ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਲੋਕ ਪਰੇਸ਼ਾਨ ਨੇ, ਬੱਚੇ ਉੱਥੇ ਪਰੇਸ਼ਾਨ ਨੇ, ਮਾਪੇ ਇੱਥੇ ਪਰੇਸ਼ਾਨ ਨੇ, ਤਾਂ ਔਰ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦਬਾਅ ਬਣਾਉਣਾ ਚਾਹੀਦਾ, ਕੋਈ ਸਟ੍ਰੈਟਜੀ ਇਹੋ ਜਿਹੀ ਬਣਾਉਣ ਕਿ ਜਿਹੜੇ ਰਸ਼ੀਆ ਆ ਉਹ ਕੁਝ ਸਮੇਂ ਵਾਸਤੇ ਜੰਗ ਬੰਦ ਕਰਕੇ, ਵੈਸੇ ਤਾਂ ਅਸੀਂ ਹਮੇਸ਼ਾ ਹੀ ਅਰਦਾਸ ਕਰਾਂਗੇ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਜੇ ਨਹੀਂ ਤਾਂ ਕੁਝ ਸਮੇਂ ਵਾਸਤੇ ਜੰਗ ਬੰਦ ਕਰਕੇ ਜਿਹੜੇ ਸਾਡੇ ਫਸੇ ਲੋਕ ਨੇ, ਜਿਹੜੇ ਫੋਰਨਰਸ ਨੇ, ਉਹਨਾਂ ਨੂੰ ਲਿਜਾਣ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼, ਜਿਹੜੇ ਲੋਕ ਜਿਹੜੇ ਲਿਜਾਣਾ ਚਾਹੁੰਦੇ ਉਹ ਲਿਜਾ ਸਕਣ ਔਰ ਉਹ ਆਪਣੇ ਘਰਾਂ ਨੂੰ ਵਾਪਸ ਆ ਸਕਣ। ਉਹਦੇ ਸਮੇਂ ਵਾਸਤੇ ਜੰਗ ਬੰਦ ਕਰਨ ਵਾਸਤੇ ਸਰਕਾਰ ਕੋਈ ਨਾ ਕੋਈ ਕੋਸ਼ਿਸ਼ ਕਰੇ, ਇੰਡੀਆ ਆਪਣੇ ਪੱਧਰ ਦੇ ਉੱਤੇ ਦਬਾਅ ਬਣਾਵੇ, ਅੰਤਰਰਾਸ਼ਟਰੀ ਪੱਧਰ ਤੇ ਦਬਾਅ ਬਣਾਵੇ, ਤਾਂ ਕਿ ਸਾਡੇ ਬੱਚੇ ਜਿਹੜੇ ਨੇ ਪਰਿਵਾਰਾਂ ਦੇ, ਉਹ ਸੁਖੀ घर वापस आ सके। कल देर शाम प्रधानमंत्री ने रूस के राष्ट्रपति पुतिन से बात की और ये विदेश मंत्रालय की तरफ से कहा गया कि भारत सरकार ने कंसर्न जताया है पुतिन के सामने कि जो बच्चे, जो छात्र वहां फंसे हुए हैं, उनको किस तरह से वापस लाना है। आपको लगता है कि सिर्फ एक जो ड्रीम लाइनर है, एयर इंडिया का फ्लाइट गया और वो 200 बच्चों को लेके आया, जबकि 20,000 बच्चे फंसे हुए हैं? अगर समय रहते भारत सरकार ने कदम उठाया होता तो और ज्यादा लोगों को इवैक्यूएट किया जा सकता। बिल्कुल, बड़े ਵੱਡੇ ਪੱਧਰ ਤੇ ਆਪਾਂ ਨੂੰ ਇਹ ਐਕਸਰਸਾਈਜ਼ ਕਰ ਲੈਣੀ ਚਾਹੀਦੀ ਸੀ ਕਿ ਬਾਕੀ ਭਾਵੇਂ ਫਲਾਈਟ ਸਾਰੀਆਂ ਘਟਾ ਕੇ ਆਪਾਂ ਨੂੰ ਮੈਕਸਿਮਮ ਫਲਾਈਟ, ਚਾਹੇ ਪ੍ਰਾਈਵੇਟ ਹੁੰਦੀਆਂ ਕੋਈ ਵੀ ਹੁੰਦੀਆਂ, ਉਧਰ ਨੂੰ ਲੈ ਕੇ ਜਾਣੀਆਂ ਚਾਹੀਦੀਆਂ ਸੀ। ਉੱਥੇ ਤੇ ਗਲਤੀ ਹੋਈ ਹੈ, ਚੁੱਕ ਸਾਡੇ ਤੋਂ ਹੋਈ ਹੈ, ਪਰ ਮੈਂ ਹੁਣ ਫਿਰ ਵੀ ਕਹੂੰਗਾ ਕਿ ਹੁਣ ਵੀ ਅਜੇ ਵੀ ਸਰਕਾਰ ਨੂੰ ਪੁਤਿਨ ਜੀ ਨਾਲ ਗੱਲ ਕਰਕੇ, ਉਹਨਾਂ ਦੇ ਰਾਸ਼ਟਰਪਤੀ ਜਿਹੜੇ ਰਸ਼ੀਆ ਦੇ ਆ, ਕੁਝ ਸਮੇਂ ਵਾਸਤੇ ਜਿਹੜੀ ਆ ਉੱਥੋਂ ਫਲਾਈਟ ਬੱਚੇ ਕੱਢਣ ਦੀ ਮਨਾ ਲੈਣਾ ਚਾਹੀਦਾ। ਔਰ ਇਹ ਮੈਨੂੰ ਪਤਾ ਕਿ ਇਹ ਇੱਕ ਦੇ ਕੀਤਿਆਂ ਗੱਲ ਨਹੀਂ ਹੋਣਾ, ਇਹ ਅੰਤਰਰਾਸ਼ਟਰੀ ਪੱਧਰ ਤੇ ਦਬਾਅ ਹੋਏਗਾ ਤੇ ਫਿਰ ਹੀ ਇਹ ਗੱਲ ਬਣਨੀ। इसमें यह भी कहा जा रहा है कि अब चूंकि नो फ्लाई जोन हो गया है, तो जो लैंड का रास्ता है, चाहे वो पोलैंड की तरफ से और बाकी जो मुल्क आसपास हैं, उसमें हालांकि सरकार की तरफ से हेल्पलाइन नंबर जारी किया गया है, लेकिन बॉर्डर तक पहुंचने के लिए जो स्टूडेंट्स हैं उनको फैसिलिटेट करना चाहिए, जो वहाँ पे जो विदेश मंत्रालय की तरफ से जो एम्बेसडर है उनको, वो नहीं हो रहा है। और बच्चे वहां से वीडियो बना बना के भेज रहे हैं कि किस तरह से वो जंग के हालात के बीच में फंसे हुए हैं। देखो, उन्होंने ना एमरजेंसी घोषित करती यूक्रेन ने भी, ਜਦੋਂ ਐਮਰਜੈਂਸੀ ਕੋਸ਼ਿਸ਼ ਹੁੰਦੀ ਹੈ, ਸਾਰੀਆਂ ਪ੍ਰਾਈਵੇਟ ਜਿਹੜੀਆਂ ਪਬਲਿਕ ਸੈਕਟਰ ਦੀਆਂ ਸਰਵਿਸਿਜ਼ ਹੁੰਦੀਆਂ ਨੇ ਉਹ ਸਸਪੈਂਡ ਹੋ ਜਾਂਦੀਆਂ ਨੇ, ਆਲਮੋਸਟ ਜਿਹੜੀਆਂ ਐਮਰਜੈਂਸੀਜ਼ ਨੇ ਉਹੀ ਰਹਿੰਦੀਆਂ ਨੇ। ਸੋ ਮੈਂ ਹੁਣ ਇਹ ਕਹੂੰਗਾ ਕਿ ਤੁਸੀਂ ਥੋੜ੍ਹਾ ਜਿਹਾ ਸਾਰੇ ਧੀਰਜ ਰੱਖਣ, ਔਰ ਸਰਕਾਰ ਕੋਸ਼ਿਸ਼ ਮੇਰਾ ਖਿਆਲ ਕਰੇਗੀ ਜ਼ਰੂਰ, ਕਿਉਂਕਿ ਸਾਰਿਆਂ ਦਾ ਦਬਾਅ ਹੈ। ਬੱਚੇ ਸਾਡੇ ਜੇ 20,000 ਬੱਚਾ ਹਿੰਦੁਸਤਾਨ ਦਾ, ਤੇ ਸਾਡੇ ਲਈ ਬੜੀ ਮਤਲਬ ਵੱਡੀ ਗੱਲ ਹੈ ਸਾਡੇ ਵਾਸਤੇ ਕਿ ਉਹਨਾਂ ਦੇ ਉੱਤੇ, ਉਹਨਾਂ ਵਾਸਤੇ ਕੰਮ ਕਰਨਾ ਸਰਕਾਰ ਨੂੰ ਬੜਾ ਜ਼ਰੂਰੀ ਹੈ। ਮੇਰੇ ਅੰਮ੍ਰਿਤਸਰ ਦੇ 35-40 ਬੱਚੇ ਨੇ ਜਿਹੜੇ ਮੇਰੇ ਕੋਲ ਅਜੇ ਲਿਸਟ ਆਈ ਹੈ, ਮੇਰਾ ਖਿਆਲ 100 ਤੋਂ ਉੱਪਰ ਬੱਚੇ ਹੈਗੇ ਨੇ। ਮੈਂ ਸਾਰਿਆਂ ਨੂੰ ਓਪਨ ਕਿਹਾ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਜੀ, ਥੋੜਾ ਜਿਹਾ ਹੌਸਲਾ ਮਾਂ ਬਾਪ ਨੂੰ ਰੱਖਣਾ ਪਊਗਾ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ किसी भी तरीके ਦੇ ਨਾਲ वापस आ जाए। आपने अपने इलाके के लिए कोई हेल्पलाइन या कांटेक्ट स्टार्ट किया है कि आपके संसदीय क्षेत्र में जितने बच्चे हैं उनके पेरेंट्स तक पहुंचे, उनसे बातचीत करें? हेल्पलाइन की उनकी जरूरत, ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਜਿਹੜੇ ਲੋਕਾਂ 'ਚ ਨਹੀਂ ਰਹਿੰਦੇ। ਅਸੀਂ ਲੋਕਾਂ ਕੋਲ ਸਾਰੇ ਕੰਟੈਕਟ ਹੈਗੇ, ਮੇਰੇ ਈਮੇਲ ਹੈਗੀ ਆ, ਸਾਰੇ ਕੋਲ ਮੇਰਾ ਸਾਰਾ ਕੁਝ ਆਨਲਾਈਨ ਹੈ। ਤੁਸੀਂ ਫੇਸਬੁੱਕ ਤੇ ਜਾਓ, ਫੋਨ नहीं मिल रहा, तो ईमेल कर दो, ईमेल का जवाब आएगा। सब तो सौखा तरीका है। आप लगातार संपर्क में हैं? बिल्कुल बिल्कुल, मेरा ऑफिस सारा संपर्क है जी। गुजर साहब, एक और विषय, आपने एक और पत्र लिखा है जिसमें वीजा को लेकर, कोविड के बाद जिस तरह से जो बाहर भारतीय हैं वो फंसे हुए हैं, उनको अब दोबारा से वीजा के लिए अप्लाई करने के लिए कहा जा रहा है, जबकि 10-10 साल का लोगों का वीजा लगा हुआ है। ये ना बहुत एक मंदभागी गल है कि साडी कंट्री ने ਵੀਜ਼ੇ ਜਦੋਂ ਕੋਵਿਡ ਹੋਇਆ ਤੇ ਉਦੋਂ ਸਾਰੇ ਵੀਜ਼ੇ ਥੋੜੇ ਸਮੇਂ ਵਾਸਤੇ ਬੈਨ ਹੋਏ ਸੀ। ਜਿਵੇਂ ਸਾਡੇ, ਅਸੀਂ ਵੀ ਅਮਰੀਕਾ ਨਹੀਂ ਜਾ ਸਕਦੇ, ਕੈਨੇਡਾ ਨਹੀਂ ਸੀ ਜਾ ਸਕਦੇ, ਜਾਂ ਇੰਗਲੈਂਡ, ਜਿਹਨਾਂ ਕੋਲ ਵੱਡੇ ਵੀਜ਼ੇ ਹੈਗੇ 10 ਸਾਲ ਦੇ ਜਾਂ 5 ਸਾਲ ਦੇ, ਉਹ ਸਾਰੇ ਕੰਟਰੀ ਚਲੋ ਆਲ ਓਵਰ ਵਰਲਡ ਹੀ ਹੋਇਆ। ਪਰ ਸਾਡੀ ਕੰਟਰੀ ਨੇ ਇੱਕ ਨਿਵੇਕਲੀ ਗੱਲ ਕੀਤੀ ਕਿ ਉਹਨਾਂ ਨੂੰ ਸਸਪੈਂਡ ਹੀ ਕਰ ਦਿੱਤਾ ਵੀਜ਼ੇ ਨੂੰ, ਕਿਹਾ ਹੁਣ ਨਵੇਂ ਲੈ ਕੇ ਆਓ, ਯਾਨੀ ਫਰੈਸ਼ ਵੀਜ਼ਾ ਕੇ ਲਈ ਫਰੈਸ਼ ਵੀਜ਼ਾ ਲਓ। ਹੁਣ ਨਵਾਂ ਵੀਜ਼ਾ, ਨਵਾਂ ਫਿਰ ਅਪਲਾਈ ਕਰਨਗੇ, ਫਿਰ ਪਰੇਸ਼ਾਨੀਆਂ।
ਕਿਉਂਕਿ ਆਪਾਂ ਐਡੀ ਚੰਗੀ ਤੇ ਹੈ ਹੀ ਨਹੀਂ ਵੀ ਆਪਾਂ ਜਿਹੜਾ ਆਨਲਾਈਨ ਉਸੇ ਮਿੰਟ 'ਚ ਅਪਲਾਈ ਕਰ ਲਈ ਤੇ ਜਲਦ ਝੱਟ ਮਿਲ ਜੇ। ਉਹ ਸਾਰਾ ਕੁਝ ਜਦੋਂ ਨਵੇਂ ਸਿਰੋਂ ਕਰਨਾ ਪਊਗਾ, ਬਹੁਤ ਪਰੇਸ਼ਾਨ ਨੇ ਲੋਕ। ਬਿਜ਼ਨਸਮੈਨ ਮੇਰੇ ਚੰਗੇ ਦੋਸਤ ਨੇ ਜਿਹੜੇ ਵਾਪਸ ਸੀ, ਤੇ ਉਹ ਕਹਿੰਦੇ ਯਾਰ ਕੀ ਇੰਡੀਆ ਜਾਣਾ ਸੀ, ਇੱਥੇ ਕਰਨ ਨਾਲੋਂ ਬਾਹਰ ਕਿਤੇ ਕਰ ਲਓ। ਜਿਹੜੇ ਇਸ ਵੇਲੇ ਉਹਦੇ ਨਾਲ ਸਾਡੀਆਂ 에ਅਰਲਾਈਨ ਨੂੰ ਘਾਟਾ ਪਿਆ, ਸਾਡੇ ਹੋਟਲ ਬਿਜ਼ਨਸ ਨੂੰ ਘਾਟਾ ਪਿਆ। ਮਤਲਬ ਕਿਹੜੇ ਬੰਦੇ ਆ ਜਿਹੜੇ ਇਹਨਾਂ ਨੂੰ ਇਹ ਗੱਲਾਂ ਸਮਝਾ ਦਿੰਦੇ ਆ ਕਿ ਸਸਪੈਂਡ ਹੀ ਕਰ ਦਿਓ ਵੀ ਤੁਸੀਂ ਕੁਝ ਸਮੇਂ ਆਸਤੇ ਬਲੌਕ ਕੀਤੇ ਨੇ। ਠੀਕ ਹੈ, ਬਲੌਕ ਨੇ ਤੁਸੀਂ ਨਾ ਫਲਾਈਟ ਆਈ ਨਾ ਗਏ, ਸਾਰੇ ਦੇ ਬਲੌਕ ਸੀ। ਸਸਪੈਂਡ ਕਰਨ ਦਾ ਕੀ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਪਰੇਸ਼ਾਨ ਕੀਤਾ। ਦੁਬਾਰਾ ਹੁਣ ਸਾਡੀਆਂ ਇੰਨੀਆਂ ਕੌਂਸੂਲੇਟ ਹੈ ਹੀ ਨਹੀਂ ਗਾ ਅਲੱਗ-ਅਲੱਗ, ਜਿਵੇਂ ਅਮਰੀਕਾ ਬਹੁਤ ਵੱਡਾ ਕੰਟਰੀ ਹੈ, ਕੈਨੇਡਾ ਬਹੁਤ ਵੱਡਾ ਕੰਟਰੀ ਹੈ, ਆਸਟ੍ਰੇਲੀਆ ਹੈ, ਜਿੱਥੇ ਮਤਲਬ ਦੂਰੋਂ ਲੋਕਾਂ ਨੂੰ ਜਾ ਕੇ ਉੱਥੇ ਹਫ਼ਤਾ ਜਾ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਮੈਂ ਉਹੀ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਉਹਨਾਂ ਨੂੰ ਦੁਬਾਰਾ ਇਹ ਜਿਹੜੇ ਵੀਜ਼ੇ ਉਹਨਾਂ ਨੂੰ ਚਾਲੂ ਕਰੋ, ਉਹ ਇਹਨਾਂ ਵੀਜ਼ਿਆਂ ਤੇ ਆ ਜਾ ਸਕਣ। ਇਹੋ ਜਿਹੇ ਫੈਸਲੇ ਨਾ ਲਓ ਜਿਹੜੇ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ। ਤੁਸੀਂ ਵੀਜ਼ੇ ਦਿੱਤੇ, ਤੁਹਾਡਾ ਹੀ ਵੀਜ਼ਾ ਦਿੱਤਾ, ਉਹਨੂੰ ਹੁਣ ਕੀ ਉਹਦੇ ਚ ਕੀ प्रॉब्लम आ गई कि ਤੁਸੀਂ ਉਹਨੂੰ ਦੁਬਾਰਾ ਕਹਿੰਦੇ ਜੇ ਨਵਾਂ फ्रेश वीजा लो। तो ये आपने विदेश मंत्री को पत्र लिखा है, इस पीएम को, दोनों को लिखा है जी। एक विषय सर, और अभी हाल ही में आपने ड्रग्स को लेके पंजाब के डीजीपी को पत्र लिखा और ये कहा कि अगर नहीं इसको खत्म किया गया या नहीं कॉन्क्रीट एक्शन लिया गया तो आप धरने पे बैठेंगे। भगवंत मान ये कह रहे हैं कि 5 साल सरकार रही, आप एमपी रहे, अभी भी आप एमपी हैं, अपनी सरकार से नहीं करवा पाए और अब आप कह रहे हो धरने पे बैठेंगे। ਮੈਨੂੰ ਗੱਲ ਸਮਝ ਨਹੀਂ ਆਉਂਦੀ ਨਾ। ਭਗਵੰਤ ਮਾਨ ਨੇ ਵੀ ਇਹੀ ਗੱਲ ਕਹੀ ਹੈ, ਕੁਝ ਅਕਾਲੀ ਦਲ ਦੇ ਬੰਦੇ ਵੀ ਬੋਲ ਰਹੇ ਸੀ। ਦੇਖੋ ਮੈਂ ਤੇ ਗੱਲ ਮੰਨ ਲਈ ਵੀ ਆਹ ਗੱਲ ਹੋਈ, ਔਰ ਮੈਂ ਆਪਣੀ ਸਰਕਾਰ ਦੇ ਵਿੱਚ ਬੋਲਦਾ ਵੀ ਰਿਹਾ। ਇਹ ਵਾਹਿਦ ਗੱਲ ਹੁੰਦੀ ਹੈ ਕੋਈ ਆਪਣੀ ਸਰਕਾਰ ਦੇ ਅਗੇਂਸਟ ਬੋਲੇ। ਨਾ ਅਕਾਲੀ ਦਲ ਦੀ ਸਰਕਾਰ ਹੈ, ਨਾ ਭਗਵੰਤ ਮਾਨ ਦੀ ਸਰਕਾਰ ਹੈ। ਅਕਾਲੀ ਦਲ ਦੀ ਸਰਕਾਰ ਵੇਲੇ ਦਾ ਚਿੱਟਾ ਆਇਆ। ਮੈਂ ਜਿਹੜੇ ਅਕਾਲੀ ਦਲ ਵਾਲੇ ਬੋਲਦੇ, ਮੈਂ ਉਹਨਾਂ ਨੂੰ ਪੁੱਛਦਾ ਕਦੀ ਇਹੋ ਜਿਹੀ ਹਾਲ ਦਾ ਨਾਰਾ ਮਾਰਿਆ ਜੇ ਕਦੀ ਲੋਕਾਂ ਵਾਸਤੇ ਕਿ ਸਵਾਏ ਚਾਪਲੂਸੀ ਤਾਂ ਤੁਹਾਨੂੰ ਕੰਮ ਹੀ ਕੋਈ ਨਹੀਂ। ਭਗਵੰਤ ਮਾਨ ਹੁਣ ਇਹ ਦੱਸ ਦੇਣ, ਇਹ ਸਾਰੇ ਇਹ ਦੱਸ ਦੇਣ। ਚਲੋ ਮੈਂ ਨਹੀਂ ਹਾਂ ਬੋਲਿਆ, ਇਹ ਮਸਲਾ ਤੇ ਹੈਗਾ ਨਾ ਜੜ ਤੇ, ਜ਼ਮੀਨ ਤੇ। ਤੁਸੀਂ ਕਿੰਨੇ ਕੁ ਧਰਨੇ ਲਾਏ ਇਹਦੇ ਵਾਸਤੇ, ਤੁਸੀਂ ਕਿੰਨਾ ਕੁ ਸਰਕਾਰ ਨੂੰ ਘੇਰਿਆ ਇਹਦੇ ਵਾਸਤੇ, ਕੋਈ ਲੰਬਾ ਸੰਘਰਸ਼ ਕੀਤਾ ਤੁਸੀਂ ਲੋਕਾਂ ਨੇ ਇਹਦੇ ਵਾਸਤੇ। ਮੈਂ ਤੇ ਅੱਜ ਅਨਾਉਂਸ ਇਸ ਕਰਕੇ ਕੀਤਾ ਹੈ ਕਿ ਸਰਕਾਰ ਹੁਣ ਕਿਸੇ ਦੀ ਨਹੀਂ ਹੈਗੀ। ਕਿਹਦੀ ਬਣਨੀ ਮੈਨੂੰ ਇਹ ਵੀ ਨਹੀਂ ਪਤਾ। ਮੈਂ ਚੈਲੰਜ ਨਾਲ ਫਿਰ ਕਹਿ ਰਿਹਾ ਕਿ ਸਰਕਾਰ ਜਿਹੜੀ ਮਰਜ਼ੀ ਬਣ ਜੇ, ਲੜਾਈ ਇੱਥੇ ਜਾਰੀ ਰਹੂਗੀ। ਔਰ ਮੈਂ ਲੰਬਾ ਸੰਘਰਸ਼, ਮੈਂ ਰੋਡ ਮੈਪ ਆਪਣਾ ਦਿੱਤਾ ਕਿ ਮੈਂ ਇੱਕ ਦਿਨ ਦਾ ਸੰਘਰਸ਼ ਨਹੀਂ ਲੜਨਾ, ਮੈਂ ਲੰਬਾ ਸੰਘਰਸ਼, ਮੈਂ ਧਰਨਾ ਲਾ ਕੇ ਬਹੂੰਗਾ, ਇੱਕ ਦਿਨ ਦਾ ਨਹੀਂ ਬਹੂੰਗਾ। ਸੋ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਸਰਕਾਰ ਗਲਤ ਕੰਮ ਹੋਇਆ ਕੋਈ ਵੀ ਕੀਤਾ, ਤੁਸੀਂ ਬਾਅਦ 'ਚ ਰੌਲਾ ਪਾਉਂਦੇ ਜੇ, ਇਲੈਕਸ਼ਨਾਂ 'ਚ ਆ ਕੇ ਹੋਰਡਿੰਗ ਲਵਾਉਂਦੇ ਜੇ, ਪੈਸੇ ਮੁੱਲ ਖਰਚਦੇ ਜੇ ਮੀਡੀਆ ਤੇ, ਸੋਸ਼ਲ ਮੀਡੀਆ ਤੇ, ਪ੍ਰਿੰਟ ਮੀਡੀਆ ਤੇ ਭਾਈ ਰਹਿੰਦੇ ਸਮੇਂ ਸੰਘਰਸ਼ ਕਰਿਆ ਕਰੋ ਨਾ। ਸੰਘਰਸ਼ ਕਰਨ ਵਾਸਤੇ ਹੱਡ ਗਲਣੇ ਪੈਂਦੀ ਹੈ, ਮਿਹਨਤਾਂ ਕਰਨੀਆਂ ਪੈਂਦੀਆਂ, ਤਪਸ਼ ਸਹਿਣੀ ਪੈਂਦੀ, ਠੰਡ ਸਹਿਣੀ ਪੈਂਦੀ। ਉਹ ਇਹਨਾਂ ਦੇ ਹੱਡਾਂ 'ਚ ਹੈ ਨਹੀਂ ਗੀ, ਨਾ ਹੀ ਕਰ ਹੀ ਸਕਦੇ ਨੇ ਸਾਰੇ। ਜੇ ਕਰ ਸਕਦੇ ਹੁੰਦੇ ਘੱਟੋ ਘੱਟ ਤੁਸੀਂ ਆਪੋਜੀਸ਼ਨ ਇੰਨੀਆਂ ਪਾਰਟੀਆਂ ਸੋ, ਤੁਸੀਂ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਦਿਓ, ਤੁਸੀਂ ਕੈਪਟਨ ਨੂੰ ਖੜਾ ਕਰ ਦਿਓ। ਕੈਪਟਨ ਹੁੰਦੇ ਤੁਸੀਂ ਇੱਕ ਦਿਨ ਧਰਨਾ ਦਿੱਤਾ, ਇੱਕ ਦਿਨ ਫੋਟੋਆਂ ਲਵਾਈਆਂ ਤੇ ਵਾਪਸ ਚਲੇ ਗਏ, ਇਹ ਕੋਈ ਤਰੀਕਾ ਹੈ? ਤੁਸੀਂ ਉਹਦੇ ਘਰ ਦੇ ਬੂਹੇ ਬਹਿ ਜਾਂਦੇ ਹੋ। तो आपको लगता है कि विपक्ष की भूमिका भी, विपक्ष जो अभी है वो सही से नहीं निभा रहा था, अब जब आपने मुद्दा उठाया है तो वो आपको दे रहे हैं। ਮੈਨੂੰ ਤਾਂ ਸਗੋਂ ਤੁਸੀਂ ਇਹ ਕਹੋ ਵੀ ਚੱਲ ਜੇ ਤੂੰ ਕੀਤਾ ਵੀ ਤੇਰੇ ਨਾਲ ਚੱਲ ਪਈ। ਜਾਂ ਤੁਸੀਂ ਤੁਹਾਡੇ ਆਪ ਆਪਣੇ ਇਲਾਕੇ 'ਚ ਹੈਗੇ, ਤੁਸੀਂ ਆਪਣੇ ਇਲਾਕੇ ਨੂੰ ਨੁਮਾਇੰਦਗੀ ਦੇ ਦਿਓ, ਭਗਵੰਤ ਨੂੰ ਸੰਗਰੂਰ ਨੂੰ ਦੇ ਦੇਣ। ਅੜੇ ਦੂਸਰੇ ਬੋਲ ਰਹੇ ਆ ਜਿੱਥੇ ਦੇ ਰਹਿਣ ਵਾਲੇ ਆ ਕਿ ਉੱਥੇ ਮੁਸ਼ਕਲ ਹੈ ਨਹੀਂ ਕਿ ਉੱਥੇ ਦੇ ਲੋਕ ਦੱਸ ਦੇਣ ਜੇ ਇਹਨਾਂ ਬੰਦਿਆਂ ਨੇ ਕਿਤੇ ਇੱਕ ਦਿਨ ਵੀ ਥਾਣਾ ਘੇਰਿਆ ਹੋਵੇ, ਇੱਕ ਦਿਨ ਵੀ ਐਸਐਸਪੀ ਘੇਰਿਆ ਹੋਵੇ, ਇੱਕ ਦਿਨ ਕੋਈ ਸਾਡਾ ਲੀਡਰ ਘੇਰ ਲੈਂਦੇ ਹੋ। ਜੇ ਤੁਹਾਨੂੰ ਲੱਗਦਾ ਸੀ ਇਹ ਪ੍ਰੋਬਲਮ ਕ੍ਰੀਏਟ ਕਰ ਰਿਹਾ ਉਹਦੇ ਬਾਅਦ ਧਰਨਾ ਲਾ ਦਿੰਦੇ ਹੋ। ਇਹਨਾਂ ਵਾਸਤੇ ਜਾਨ ਮਾਰਨੀ ਪੈਂਦੀ ਆ। ਤੁਸੀਂ ਲੋਕ ਮਖਮਲ ਦੇ ਗੱਦਿਆਂ ਤੇ ਸੌਣ ਵਾਲੇ ਜੇ, ਮੈਨੂੰ ਪਤਾ। ਇਹ ਸਿਰਫ ਪ੍ਰਿੰਟ ਮੀਡੀਆ 'ਚ ਜਾ ਕੇ ਬਿਆਨ ਦੇ ਕੇ ਰਾਜਨੀਤੀ ਜਿਹੜੀ ਹੁਣ ਚੱਲਦੀ ਹੋ ਗਈ ਆ। ਤੁਹਾਨੂੰ ਇਸ ਸਿਸਟਮ ਨਾਲ ਲੜਨ ਵਾਸਤੇ ਜਿਹੜਾ ਪੰਜਾਬ ਨੂੰ ਖਾ ਰਿਹਾ, ਜੇ ਵਾਕਿਆ ਪੰਜਾਬ ਦੇ ਤੁਸੀਂ ਮਤਲਬ ਪਿਆਰ ਕਰਦੇ ਜਾਂ ਤੁਹਾਡੇ ਅੰਦਰ ਦਰਦ ਹੈਗਾ, ਤੁਹਾਨੂੰ ਜ਼ਮੀਨ ਤੇ ਉਤਰਨਾ ਪੈਣਾ। ਇਹਦੀ ਏਡੀ ਕਿ ਜਗੜ ਵੱਡੀ ਹੋ ਗਈ ਹੈ ਇਸ ਪਕੜ ਦੀ ਕਿ ਇਹਨੇ ਤੁਹਾਨੂੰ ਵੀ ਨਹੀਂ ਹਿੱਲਣ ਦੇਣਾ। ਮੈਨੂੰ ਪਤਾ ਹੈ ਇਹਨਾਂ ਦੇ ਵਿਰੁੱਧ ਲੜਨਾ ਕੋਈ ਸੌਖਾ ਕੰਮ ਨਹੀਂ ਗਾ, ਇਹ ਮੈਨੂੰ ਪਤਾ ਹੈ। ਇਹ ਸਿਸਟਮ ਨੇ ਨਾ ਅਕਾਲੀ ਦਲ ਨੂੰ ਹਿੱਲਣ ਦੇਣਾ ਹੈ, ਨਾ ਆਮ ਆਦਮੀ ਪਾਰਟੀ ਵਾਲੇ ਹਿੱਲਣਾ ਆ। ਇਹਦੇ ਵਾਸਤੇ ਸੰਘਰਸ਼ ਕਰਨਾ ਪੈਣਾ ਹੈ ਔਰ ਇਹਨਾਂ ਨੂੰ ਸੰਘਰਸ਼ ਕਰਨਾ ਚਾਹੀਦਾ ਆ। ਔਰ ਇਹਦੇ ਵਾਸਤੇ ਮਤ ਸੋਚਣ ਵੀ ਕੌਣ ਕਰ ਰਿਹਾ। ਤੁਸੀਂ ਆਪਣੇ ਲੈਵਲ ਤੇ ਆਪਣੇ ਝੰਡੇ ਲਾ ਕੇ ਆਪਣੇ ਝੰਡੇ ਥੱਲੇ ਕਰ ਲਓ। तो जरूरी थोड़ा कि मेरे मगर आके पहना है, तुसी अपना बकरा घेर लो। नहीं, मैं इसीलिए आपसे ये सवाल पूछ रहा, जब आप ये बोल रहे हो कि ड्रग्स को लेके अगर दूसरी पॉलिटिकल पार्टी के नेता भी आपके जितना, जैसे आप कह रहे हो, सीरियस है, तो क्या आप उनके साथ भी इकट्ठा बैठने के लिए तैयार हो कि पंजाब को नशे से मुक्त बैठ? मैं देखो, मैं ते अपना रोड मैप दसता। हुण हर एक डिस्ट्रिक्ट दे विच प्रॉब्लम है, हर एमपी दे एरिया च प्रॉब्लम है, हर एमएलए दे प्रॉब्लम है। ਤੇ ਜਿਹੜਾ ਜਿੱਥੇ ਜਿਹੜਾ ਰੱਖਦਾ ਉਹ ਫਰਜ਼ ਕਰੋ ਨੇ ਮੇਰੇ ਨਾਲ ਨਹੀਂ ਬਹਿਣਾ, ਉਹ ਬਰਾਬਰ ਇੱਕ ਤੰਬੂ ਲਾ ਲਿਓ, ਉੱਥੇ ਆਪਣਾ ਝੰਡਾ ਲਾ ਲਿਓ, ਜਿੱਥੇ ਬਹਿਣਾ ਬਹਿ ਜਾਣ। ਮੈਂ ਦੇਖੋ ਮੈਂ ਤੇ ਅੰਮ੍ਰਿਤਸਰ ਦੀ ਗੱਲ ਕਰਦਾ, ਮੇਰੇ ਲਾਗੇ ਜਿਹੜਾ ਮਰਜ਼ੀ ਲਾ ਕੇ ਆ ਕੇ ਬਹਿ ਜਾ, ਮੈਂ ਅਗਲਾ ਸਵੇਰੇ ਸ਼ੁਰੂ ਕਰ ਦੂੰ। ਇਹ ਕੋਈ ਪ੍ਰॉब्लम ਇਹ ਤੇ ਹੈ ਨਹੀਂ। और ये पार्टी पॉलिटिक्स की बात नहीं है, पार्टी लाइन से हट के सबको साथ आना। ਮਾਰੇ ਜਾਵਾਂਗੇ ਪਾਰਟੀ ਪॉलिटिक्स 'ਚ ਪੈ ਕੇ, ਤੇ ਮਾਰੇ ਜਾਵਾਂਗੇ। ਉਹ ਤਾਂ ਉਹਨਾਂ ਤੇ ਕਹਿਣਾ ਹੀ,
ਹੁੰਦਾ ਕਿ ਇਹ ਸਾਰਿਆਂ ਨੂੰ ਪੁਲਿਸ ਨਾਲ ਕੰਮ ਹੁੰਦੇ, ਅਗਲਾ ਕਹਿੰਦਾ ਯਾਰ ਮੈਂ ਕਿਉਂ ਵਿਗਾੜਾਂ, ਮੈਂ ਕਿਉਂ ਕਰਾਂ। ਕੰਮ ਤੇ ਤਾਂ ਹੀ ਕਰਾਵਾਂਗੇ ਜੇ ਦੁਨੀਆ ਸਾਡੀ ਬਚੂਗੀ। ਨੌਜਵਾਨ ਤੇ ਭੱਜ ਗਏ ਬਾਹਰ, ਕਿਹਦੇ ਲਈ ਕੰਮ ਕਰਾਉਣਾ ਜੀ? ਮਾਵਾਂ ਤੜਫੰਡੀਆਂ ਨੇ, ਕੰਮ ਕਿਹਦੇ ਲਈ ਕਰਾਉਣੇ ਆ? ਕੰਮ ਤੇ ਤਦ ਹੀ ਕਰਾਵਾਂਗੇ ਜੀ ਆਪਾਂ ਫਿਊਚਰ ਚੰਗਾ ਹੋਊਗਾ। ਅੱਜ ਦੇ ਹਰ ਬੰਦਾ ਮਤਲਬ ਤਿਆਰੀ ਕਰੀ ਬੈਠਾ ਬਰੀਫਕੇਸ ਕੱਸ ਕੇ ਕਿ ਮੈਂ ਕਿਹੜਾ ਵੇਲਾ ਮੈਂ ਨਿਕਲ ਜਾ। ਚਾਹੇ ਕੋਈ ਵਪਾਰੀ ਹੈ, ਚਾਹੇ ਕੋਈ ਛੋਟਾ ਵਪਾਰੀ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਮਜ਼ਦੂਰ ਹੈ। ਹਾਂ, ਉਹਦੀ ਪਹੁੰਚ ਨਹੀਂ ਪੈ ਰਹੀ, ਉਹਦਾ ਨਹੀਂ ਸੈੱਟ ਬੈਠ ਰਿਹਾ, ਨਾ ਉਹਦਾ ਰਸਤਾ ਨਹੀਂ ਲੱਭ ਰਿਹਾ, ਤਾਂ ਉਹ ਜ਼ਰੂਰ ਬੈਠਾ ਹੈ। ਸੋ ਇਸ ਕਰਕੇ ਇਹ ਜਿਹੜੇ ਗੱਲਾਂ ਕਰਦੇ ਨੇ, ਇਹਨਾਂ ਨੂੰ ਲੋਕਾਂ ਨੂੰ ਕਰਕੇ ਦਿਖਾਉਣ, ਇਸ ਵੇਲੇ ਕਰਕੇ ਕਰਨ ਦਾ ਮੌਕਾ ਆ। ਜਦੋਂ ਸਰਕਾਰਾਂ ਹੁੰਦੀਆਂ ਨੇ, ਜਿਹੜੇ ਆਪੋਜੀਸ਼ਨ ਕੋਈ ਹੋਵੇ, ਉਹਦਾ ਫਰਜ਼ ਬਣਦਾ ਆਪੋਜੀਸ਼ਨ ਦਾ ਰੋਲ ਅਦਾ ਕਰੇ, ਬਿਆਨਾਂ ਤੱਕ ਸੀਮਤ ਨਾ ਰੱਖੇ। ਬਿਆਨਾਂ ਤੋਂ ਬਾਅਦ ਅੱਜ ਬਿੱਲ 3 ਕ੍ਰਿਸ਼ੀ ਕਾਨੂੰਨ ਵਾਪਸ ਹੋਏ ਤੇ ਬਿਆਨ ਦਿੱਤੇ ਤੇ ਵਾਪਸ ਨਹੀਂ ਹੋਏ। ਉੱਥੇ ਬਿਆਨ ਦੇਈ ਜਾਂਦੇ ਬਹਿ ਗਏ, ਜਥੇਬੰਦੀਆਂ ਵਾਲੇ ਦੇ ਵਾਪਸ ਹੋਏ ਨੇ ਜੀ। ਅਗਲਾ ਨੱਕ 'ਚ ਦਮ ਕਰਤਾ ਬਹਿ ਕੇ, ਵਾਪਸ ਹੋਏ ਨਾ। ਇਹਨਾਂ ਨੂੰ ਕੀ प्रॉब्लम है सारे? तो साफ तौर से गुरजीत सिंह औजला इनका कहना है कि सिर्फ बयान देने से नहीं, विपक्ष को विपक्ष की भूमिका भी अदा करनी चाहिए, चाहे वो ड्रग्स का मुद्दा हो। उसको लेके तो उन्होंने कहा साफ तौर से डीजीपी को पत्र लिखा ही है। और भगवंत मान और दूसरे विपक्षी नेता जो इनके ऊपर उंगली उठा रहे हैं, उनका कहना है कि अगर पंजाब की खुशहाली और भविष्य चाहते हैं वो भी इस मुहिम में इनके साथ भले ही अपने ही झंडे बैनर के तले लेकिन बैठ सकते हैं। कैमरामैन आकाश के साथ अजय झा, दैनिक सवेरा, दिल्ली। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। वर्ल्ड फेमस बाबा सलीम खान 21 वार गोल्ड मेडलिस्ट। सारियां थावां तो निराश ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।